ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਰਹਾਉ ਹਰ ਕੇ ਗੁਣ ਹਰ ਭਾਵੰਦੇ ਸੇ ਗੁਰੂ ਤੇ ਪਾਏ। ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁਮ ਘੁਮ ਜਾਏ। ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਹਾਰੀ। ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹੋਂ ਵਾਰੀ। ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਹਾਰੀ। ਹਰ ਹਰ ਤੇਰਾ ਨਾਮ ਹੈ ਦੁਖ ਮਿਟਣ ਹਾਰਾ। ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ। ਜੋ ਹਰ ਨਾਮ ਧਿਆਇਂਦੇ ਤੇ ਜਨ ਪਰਵਾਨਾ। ਤਿਨ ਵਿਟੋ ਨਾਨਕ ਵਾਰਿਆ। ਸਦਾ ਸਦਾ ਕੁਰਬਾਨਾ। ਤਿਨ ਵਿਟੋ ਨਾਨਕ ਵਾਰਿਆ। ਸਦਾ ਸਦਾ ਕੁਰਬਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਹੁਕਮਨਾਮਾ ਆਇਆ ਹੈ ਉਹ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਜੀ ਦਾ ਹੈ। ਔਰ ਤਲੰਗ ਰਾਗ ਦੇ ਅੰਦਰ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਇਹ ਤਲੰਗ ਰਾਗ ਜਿਹੜਾ ਹੈ ਇਹਨੂੰ ਸੂਫੀਆਂ ਦਾ ਰਾਗ ਮੰਨਿਆ ਜਾਂਦਾ ਹੈ। ਮੁਸਲਮਾਨ ਸੂਫੀ ਇਸ ਨੂੰ ਬੜਾ ਗਾਉਂਦੇ ਨੇ ਤਲੰਗ ਰਾਗ ਨੂੰ। ਹਾਲਾਂਕਿ ਮੁਸਲਮਾਨਾਂ ਦੇ ਅੰਦਰ ਰਾਗ ਨੂੰ ਗਾਉਣਾ ਵਿਵਰਜਿਤ ਹੈ। ਕਹਿੰਦੇ ਰਾਗ ਜਿਹੜਾ ਇਹ ਮਨ ਨੂੰ ਚੰਚਲ ਕਰਦਾ। ਸੰਗੀਤ ਜਿਹੜਾ ਹੈ ਉਹ ਮਨ ਨੂੰ ਚੰਚਲ ਕਰਦਾ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਜੇ ਸੰਗੀਤ ਦੇ ਵਿੱਚ ਰੱਬ ਦੇ ਗੀਤ ਗਾਏ ਜਾਣ। ਇੱਕ ਹੁੰਦਾ ਸੰਗੀਤ ਸਾਜ਼, ਇੱਕ ਹੁੰਦਾ ਗੀਤ। ਇਹ ਸੰਗੀਤ ਦੇ ਵਿੱਚ ਜੇ ਰੱਬ ਦੇ ਗੀਤ ਗਾ ਲਏ ਜਾਣ ਤੇ ਇਹ ਮਨ ਨੂੰ ਚੰਚਲ ਨਹੀਂ ਕਰਦਾ, ਮਨ ਨੂੰ ਟਿਕਾਉਂਦਾ ਹੈ। ਮਰਨ ਦੇ ਇੱਥੋਂ ਤੱਕ ਵੀ ਬਚਨ ਕੀਤਾ ਇੱਕ ਬਾਣੀ 'ਚ, ਗੀਤ ਨਾਦ ਕਵਿਤ ਕਵੇ ਸੁਣ। ਮਰ ਕਹਿੰਦੇ ਜਿਹੜੇ ਗੀਤ ਨਾਦ ਕਵਿਤ ਸੁਣੇ ਕਵੇ ਸੁਣ। ਰਾਮ ਨਾਮ ਦੁਖ ਭਾਗੇ। ਜਿਸ ਕਵਿਤਾ ਦੇ ਅੰਦਰ ਰੱਬ ਦੀ ਸਿਫਤ ਕੀਤੀ ਗਈ ਹੋਵੇ। ਇੱਕ ਤੇ ਕਵਿਤਾ ਦੁਨਿਆਵੀ ਕਵਿਤਾ ਜਿਹੜੀ ਹੈ, ਇੱਕ ਦੁਨਿਆਵੀ ਗੀਤ ਵਾ ਜਿਹਨੂੰ ਕਹਿੰਦੇ ਨੇ ਮੇਰੇ ਮੋਹਣ ਸਰਮਣੀ ਇਹ ਨਾ ਸੁਣਾਏ। ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਕਿਉਂਕਿ ਮਨੁੱਖ ਜੋ ਕੁਝ ਸੁਣਦਾ ਏ ਉਹ ਅੰਦਰ ਜਾਂਦਾ ਇਹਦੇ, ਤੇ ਜੋ ਕੁਝ ਬੋਲਦਾ ਹੈ ਉਹ ਵੀ ਇਹਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ।
ਤੇ ਮਰ ਕਹਿੰਦੇ ਗੀਤ ਨਾਦ ਕਵਿਤ ਕਵੇ ਸੁਣ RAM ਨਾਮ ਦੁਖ ਭਾਗੇ। ਪੁਰਾਣੇ ਤੋਂ ਪੁਰਾਣਾ ਗੀਤ, ਮਾਫ ਕਰਨਾ, ਪੁਰਾਣੇ ਤੋਂ ਪੁਰਾਣਾ ਰੋਗ ਮਰ ਕਹਿੰਦੇ ਉਹਦਾ ਭੱਜ ਜਾਂਦਾ ਜਿਹੜੇ ਰੱਬ ਦਾ ਗੀਤ, ਜਿਹੜੇ ਰੱਬ ਦੇ ਗੀਤ ਗਾਉਂਦਾ ਹੈ। ਪਿੱਛੇ ਜੇ ਇੱਕ ਕਹਾਣੀ ਚੱਲੀ ਸੀ ਨੈਟ ਦੇ ਉੱਤੇ ਕਿ ਵਿਦੇਸ਼ ਦੇ ਅੰਦਰ ਕੋਈ ਨੌਜਵਾਨ ਬੱਚਾ ਕਿਸੇ ਦੇ ਘਰ ਗਿਆ, ਕੋਈ ਪਲੰਬਰ ਦਾ ਕੰਮ ਕਰਨ ਵਾਸਤੇ। ਉਹਦੇ ਮੋਬਾਈਲ ਦੇ ਵਿੱਚ ਟੂਣ ਲੱਗੀ ਸੀ, ਧੰਨ ਧੰਨ ਰਾਮਦਾਸ ਗੁਣ ਜਿਨ ਸਿਰਿਆ ਤਨੇ ਸਵਾਰਿਆ। ਕਹਿੰਦੇ ਉਹ ਵਿਦੇਸ਼ ਦੇ ਅੰਦਰ ਕਿਸੇ ਨੇ, ਉਹ ਉਧਰ ਦੀ ਕੋਈ ਇਸਤਰੀ ਸੀ, ਉਸਨੇ ਉਹ ਟੂਨ ਸੁਣੀ ਤੇ ਉਹਨੂੰ ਬੜਾ ਆਨੰਦ ਮਹਿਸੂਸ ਹੋਇਆ। ਜਦੋਂ ਗੁਰੂ ਨਾਨਕ ਸਾਹਿਬ ਕਿਤੇ ਰਬਾਬ ਵਜਾਉਂਦੇ ਸਨ, ਕਹਿੰਦੇ ਮਰਦਾਨਿਆਂ ਰਬਾਬ ਵਜਾ, ਤੇ ਜਿਹੜੇ ਪੰਛੀ ਵੀ ਸੁਣਦੇ ਸੀ ਉਹ ਵੀ ਮੁਗਧ ਹੋ ਜਾਂਦੇ ਸਨ। ਜਿਹੜੇ ਜਾਨਵਰ ਵੀ ਸੁਣਦੇ, ਬੰਦੇ ਤਾਂ ਮਸਤ ਹੁੰਦੇ ਹੀ ਸਨ, ਬੰਦੇ ਤਾਂ ਮਸਤ ਹੁੰਦੇ ਸਨ। ਗੁਰੂ ਨਾਨਕ ਦੀ ਰਬਾਬ ਦੀ ਆਵਾਜ਼ ਜਿੱਥੋਂ ਤੱਕ ਜਾਂਦੀ ਸੀ ਨਾ, ਸਭ ਵਾਤਾਵਰਨ ਸ਼ਾਂਤ ਹੋ ਜਾਂਦਾ ਸੀ। ਕਹਿੰਦੇ ਉਸ ਬੀਬੀ ਨੇ ਜਦੋਂ ਉਹ ਟੂਨ ਸੁਣੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ, ਤੇ ਉਸਨੇ ਪੁੱਛਿਆ ਵੀ ਇਹ ਗੀਤ ਕੀ ਹੈ, ਸੌਂਗ ਕੀ ਹੈ? ਕਹਿਣ ਲੱਗੇ ਸੌਂਗ ਨਹੀਂ ਹੈ, ਗੀਤ ਨਹੀਂ ਹੈ, ਇਹ ਮੇਰੇ ਗੁਰੂ ਦੀ ਬਾਣੀ ਹੈ। ਮਹਾਰਾਜ ਤੈਨੂੰ ਗੀਤ ਗਾਉਣ ਦਾ ਸ਼ੌਂਕ ਹੈ ਤੇ ਤੂੰ ਗੀਤ ਗਾਇਆ ਕਰ ਰੱਬ ਦੇ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਆ ਲਤਾ ਮੰਗੇਸ਼ਕਰ ਜਿਹੜੀ ਹੁਣ ਪੂਰੀ ਹੋ ਗਈ, ਮਰ ਗਈ ਹੈ, ਇਹਨੇ ਹਜ਼ਾਰਾਂ ਗੀਤ ਗਾਏ ਨੇ। ਰੱਬ ਨੇ ਉਸਨੂੰ ਗਲਾ ਬੜਾ ਦਿੱਤਾ ਸੀ, ਸੁੰਦਰ, ਉਹਨੂੰ ਕੋਇਲ ਦਾ ਖਿਤਾਬ ਵੀ ਮਿਲਿਆ। ਪਰ ਉਹਦੀ ਆਖਰੀ ਇੰਟਰਵਿਊ ਸੁਣਿਓ, ਉਹ ਕਹਿੰਦੀ ਮੈਂ ਕੁਝ ਨਹੀਂ ਖੱਟ ਕੇ ਗਈ ਧਰਤੀ ਤੋਂ, ਮੈਂ ਕੋਈ ਸੁਖੀ ਜ਼ਿੰਦਗੀ ਕੱਟ ਕੇ ਨਹੀਂ ਚੱਲੀ। ਕਿਸੇ ਨੇ ਪੁੱਛਿਆ ਵੀ ਜੇ ਤੁਹਾਨੂੰ ਪਰਮੇਸ਼ਰ ਫਿਰ ਜਨਮ ਦੇਵੇ, ਪੁਨਰਪ ਜਨਮ ਪੁਨਮ ਪਰ ਜਨਮੀ, ਉਹ ਵਿਸ਼ਵਾਸ ਹੈ ਕੋਈ ਲੋਕੀ ਫਿਰ ਦੁਬਾਰਾ ਧਰਤੀ ਤੇ ਮਰ ਕੇ ਫਿਰ ਬੰਦਾ ਧਰਤੀ ਤੇ ਆਉਂਦਾ ਹੈ। ਤੇ ਲਤਾ ਨੂੰ ਪੁੱਛਿਆ ਗਿਆ ਵੀ ਜੇ ਤੁਸੀਂ ਮਰ ਕੇ ਆਓਗੇ ਤਾਂ ਫਿਰ ਇਹੋ ਲੈਣ ਚੁਣੋਗੇ ਗੀਤਾਂ ਵਾਲੀ? ਉਹਨੇ ਆਖਿਆ ਨਹੀਂ, ਮੈਂ ਇਸ ਤੋਂ ਸੰਤੁਸ਼ਟ ਨਹੀਂ ਹੈ, ਲੋਕੀ ਮੇਰੇ ਗੀਤਾਂ ਤੋਂ ਪ੍ਰਭਾਵਿਤ ਨੇ, ਮੈਂ ਜ਼ਿੰਦਗੀ ਤੋਂ ਦੁਖੀ ਰਹੀ ਹੈ। ਤੇ ਗੀਤ ਗਾ ਗਾ ਕੇ 400 ਕਰੋੜ ਦੀ ਜਾਇਦਾਦ ਛੱਡ ਕੇ ਗਈ ਹੈ। ਉਹਦੀ ਧੀ ਪੁੱਤ ਕੁਛ ਨਹੀਂ, ਪਤੀ ਵੀ ਨਹੀਂ ਸੀ ਉਸਦਾ, ਕੁਛ ਨਹੀਂ ਸੀ ਉਸਦਾ। ਦੁਨਿਆਵੀ ਗੀਤ ਤੁਹਾਨੂੰ ਸਕੂਨ ਨਹੀਂ ਦੇਣਗੇ, ਆਨੰਦ ਨਹੀਂ ਦੇਣਗੇ, ਰੱਬ ਦੇ ਗੀਤ ਹੀ ਆਨੰਦ ਦੇਣਗੇ। ਗੀਤ ਨਾਦ ਕਵਿਤ ਕਵੇ ਸੁਣ RAM ਨਾਮ ਦੁਖ ਭਾਗੇ। ਮਰ ਕਹਿੰਦੇ ਕਵਿਤਾ ਗਾਉਣੀ ਹੈ ਤੇ ਰੱਬ ਦੇ ਨਾਮ ਦੀ ਕਵਿਤਾ ਗਾਓ, ਗੀਤ ਗਾਉਣੇ ਆ ਤੇ ਰੱਬ ਦੇ ਗਾਓ। ਜਿਹੜੇ 10ਵੇਂ ਪਾਤਸ਼ਾਹ ਨੇ 52 ਕਵੀ ਰੱਖੇ ਸਨ, ਉਹ ਰੱਬ ਦੀ ਕਵਿਤਾ ਰਚਦੇ ਸਨ। ਉਹ ਕਹਿੰਦੇ ਜਦੋਂ ਇਸਤਰੀ, ਉਹ ਬੀਬੀ ਨੇ ਟੂਨ ਸੁਣੀ, ਆਖਿਆ ਵੀ ਇਹ ਕੀ ਹੈ, ਗੀਤ ਵਾ? ਕਹਿਣ ਲੱਗੇ ਨਹੀਂ, ਮੇਰੇ ਗੁਰੂ ਦੀ ਬਾਣੀ ਹੈ। ਕਹਿਣ ਲੱਗੀ ਮੈਨੂੰ ਕਿਤੋਂ ਲਿਆਣ ਕੇ ਦੇ, ਮੈਨੂੰ ਕੁਝ ਮਹਿਸੂਸ ਹੋਇਆ ਵੀ ਕੋਈ ਚੀਜ਼ ਵਾ, ਕੋਈ ਹੈ। ਮੈਂ ਬੜੇ ਸਮੇਂ ਤੋਂ ਮੈਂ ਅੰਦਰੋਂ ਰੋਗੀ ਹਾਂ, ਮੈਨੂੰ ਇਹ ਆਵਾਜ਼ ਸੁਣਦਿਆਂ ਕੁਝ ਨਾ ਕੁਝ ਰਾਹਤ ਮਹਿਸੂਸ ਹੋਈ ਹੈ। ਜਦੋਂ ਕਿਤੇ ਕੋੜੀ ਵੀ ਗੁਰੂ ਨਾਨਕ ਸਾਹਿਬ ਦੀ ਆਵਾਜ਼ ਸੁਣਦੇ ਸੀ ਤੇ ਉਹਨਾਂ ਨੂੰ ਕੋੜ ਤੋਂ ਨਿਜਾਤ ਮਿਲ ਜਾਂਦੀ ਸੀ, ਦੁਖੀਆਂ ਦੇ ਦੁੱਖ ਕੱਟੇ ਜਾਂਦੇ ਸਨ। ਇਹ ਆਵਾਜ਼ ਵਿੱਚ ਸ਼ਕਤੀ ਹੈ, ਬਾਬੇ ਦੀ ਬਾਣੀ ਦੇ ਅੰਦਰ ਜਿਹੜੀ ਆਵਾਜ਼ ਹੈ, ਆਵਾਜ਼ ਵਿੱਚ ਸ਼ਕਤੀ ਹੈ।
ਕਹਿੰਦੇ ਉਸ ਨੌਜਵਾਨ ਬੱਚੇ ਨੇ ਉਸ ਅੰਗਰੇਜ਼ਨ ਜਿਹੜੀ ਸੀ ਉਸ ਨੂੰ ਉਹ ਇੱਕ ਟੇਪ ਲਿਆਣ ਕੇ ਦੇ ਦਿੱਤੀ। ਸ਼ਬਦ ਸੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਆਤਨੇ ਸਵਾਰਿਆ। ਜਦੋਂ ਕਿਸੇ ਦੇ ਭਾਗ ਜਾਗਣ, ਕਹਿੰਦੇ ਉਹ ਬੀਬੀ ਉਹ ਧੁਨ ਸੁਣਦੀ ਰਹੀ, ਬਸ ਇੰਨੀ ਕਿ ਧੁਨ ਲਿਆਣ ਕੇ ਦਿੱਤੀ ਕਿ ਅੱਜ ਕੱਲ੍ਹ ਡੱਬੀਆਂ ਜਿਹੀਆਂ ਮਿਲ ਜਾਂਦੀਆਂ ਜਿਹਦੇ ਵਿੱਚ ਇੱਕ ਓਂਕਾਰ ਦੀ ਧੁਨ ਜਾਂ ਵਾਹਿਗੁਰੂ ਦੀ ਧੁਨ ਜਾਂ ਇਹ ਸ਼ਬਦ ਦੀ ਧੁਨ ਚੱਲਦੀ ਹੈ। ਉਹ ਜਿਹੜੀ ਧੁਨ ਸੀ ਧੰਨ ਧੰਨ ਰਾਮਦਾਸ ਗੁਰ, ਉਹ ਬੜਾ ਲੰਮਾ ਸਮਾਂ ਉਹ ਸੁਣਦੀ ਰਹੀ ਬੀਬੀ। ਤੇ ਸੁਣਦਿਆਂ ਸੁਣਦਿਆਂ ਉਹਨੂੰ ਮਹਿਸੂਸ ਹੁੰਦਾ ਵੀ ਕੁਝ ਨਾ ਕੁਝ ਮੇਰੇ ਸਰੀਰ ਦੇ ਅੰਦਰ ਹੋ ਰਿਹਾ ਹੈ। ਕਹਿੰਦੇ ਉਹਨੂੰ ਕੈਂਸਰ ਸੀ ਤੇ ਸਾਰੀਆਂ ਸਟੇਜਾਂ ਪਾਰ ਕਰ ਚੁੱਕਾ ਕੈਂਸਰ ਸੀ, ਪਰ ਇਸ ਦੀ ਧੁਨ ਸੁਣਦਿਆਂ ਹੀ ਸੁਣਦਿਆਂ ਧੰਨ 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 ਰਾਮਦਾਸ ਗੁਰ, ਇੰਨਾ ਹੀ ਸੁਣਦਿਆਂ ਉਹਦਾ ਕੈਂਸਰ ਮੁੱਕ ਗਿਆ ਸਰੀਰ ਵਿੱਚ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਖੁਦ ਲਿਖ ਕੇ ਦਿੱਤਾ ਤੁਖਾਰੀ ਰਾਗ ਦੇ ਅੰਦਰ ਕਿ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਭਾਗੇ। ਖੈਰ, ਇਹ ਧੰਨ ਗੁਰੂ ਸੋਢੀ ਪਾਤਸ਼ਾਹ ਨੇ ਅੱਜ ਦਾ ਜਿਹੜਾ ਹੁਕਮਨਾਮਾ ਦਰਬਾਰ ਸਾਹਿਬ ਦੇ ਅੰਦਰ ਬਖਸ਼ਿਆ, ਉਹ ਤਲੰਗ ਰਾਗ ਦੇ ਅੰਦਰ ਹੈ ਤੇ ਸੂਫੀਆਂ ਦਾ ਰਾਗ ਹੈ। ਮੁਸਲਮਾਨ ਠੀਕ ਰਾਗ ਨਹੀਂ ਗਾਉਂਦੇ ਧਰਮ ਦੇ ਅੰਦਰ, ਪਰ ਸੂਫੀ ਲੋਕ ਜਿਹੜੇ ਮਸਤ ਲੋਕ ਨੇ ਉਹ ਇਸ ਨੂੰ ਤਲੰਗ ਰਾਗ ਨੂੰ ਗਾਉਂਦੇ ਨੇ। ਇਹ ਤਲੰਗ ਰਾਗ ਸੂਫੀਆਂ ਦਾ ਰਾਗ ਹੈ। ਸੂਹੀ ਰਾਗ ਜਿਹੜਾ ਹੈ ਉਹ ਵਿਆਹ ਦੇ ਮੌਕੇ ਤੇ ਗਾਇਆ ਜਾਂਦਾ ਹੈ। ਮਾਰੂ ਰਾਗ ਜਿਹੜਾ ਉਹ ਮਰਨ ਦੇ ਸਮੇਂ ਗਾਇਆ ਜਾਂਦਾ ਹੈ। ਮਲਾਰ ਰਾਗ ਜਿਹੜਾ ਉਹ ਮੀਂਹ ਦੇ ਸਮੇਂ ਗਾਇਆ ਜਾਂਦਾ ਹੈ ਤੇ ਬਸੰਤ ਰਾਗ ਬਸੰਤ ਬਹਾਰ 'ਚ ਗਾਇਆ ਜਾਂਦਾ ਹੈ। ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਇੱਥੋਂ ਗੱਲ ਆਰੰਭ ਕਰਦੇ ਨੇ ਕਿ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਰੱਬ ਦੀਆਂ ਗੱਲਾਂ, ਕਥਾ ਤੇ ਕਹਾਣੀਆਂ। ਕਥਾ ਹੁੰਦੀ ਆ ਕਿਸੇ ਨੂੰ ਕਥਨ ਕਰਨਾ, ਕਹਾਣੀ ਹੁੰਦੀ ਆ ਕਿਹਾ ਹੈ ਪਰ ਨਹੀਂ ਹੈ, ਕਿਸੇ ਗੱਲ ਨੂੰ ਸਿੱਧ ਕਰਨ ਵਾਸਤੇ ਕੋਈ ਕੋਲੋਂ ਗੱਲ ਬਣਾ ਲੈਣੀ, ਉਹਨੂੰ ਕਹਿਣੀ ਕਹਾ ਹੈ ਪਰ ਨਹੀਂ। ਜਿਹੜਾ ਕਹਾਣੀ ਦਾ ਅਰਥ ਹੈ ਉਹ ਇਹ ਹੈ ਕਹਾ ਨਹੀਂ, ਕਹਿ ਰਿਹਾ ਹਾਂ ਪਰ ਹੈ ਨਹੀਂ ਹੈ। ਤੇ ਫਿਰ ਜਦ ਹੈ ਨਹੀਂ ਹੈ ਤੇ ਫਿਰ ਕਿਉਂ ਕਹਿ ਰਹੇ ਹੋ? ਕਹਿ ਰਹੇ ਹਾਂ ਕਿ ਸ਼ਾਇਦ ਇਸ ਮਨ ਇਸ ਨੂੰ ਮੰਨ ਜਾਵੇ, ਕਿਸੇ ਕਹਾਣੀ ਰਾਹੀਂ ਮੰਨ ਜੇ ਜਾਂ ਕਥਾ ਰਾਹੀਂ ਮੰਨ ਜਾਵੇ। ਕਥਾ ਕਹਾਣੀ ਬੇਦੀ ਆਣੀ, ਇਹ ਬੇਦਾਂ ਨੇ ਕਥਾ ਕਹਾਣੀਆਂ ਲਿਆਂਦੀਆਂ ਹੋਈਆਂ ਨੇ ਧਰਤੀ ਉੱਤੇ। ਤੇ ਉਹ ਕਥਾ ਕਹਾਣੀਆਂ ਕੀ ਹੁੰਦੀਆਂ ਨੇ? ਪਾਪ ਪੁੰਨ, ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ। ਪਰ ਮਹਾਰਾਜ ਕਹਿੰਦੇ ਇਹ ਮੈਨੂੰ ਹਰੀ ਦੀਆਂ ਗੱਲਾਂ ਮੇਰੇ ਗੁਰੂ ਨੇ ਸੁਣਾਈਆਂ ਮੈਨੂੰ। ਹਰ ਕੀਆਂ ਕਥਾ ਕਹਾਣੀਆਂ, ਉਹਦੀਆਂ ਕਥਾ ਤੇ ਉਹਦੀਆਂ ਕਹਾਣੀਆਂ ਮੈਨੂੰ ਗੁਰੂ ਅਮਰਦਾਸ ਨੇ ਸੁਣਾਈਆਂ। ਤੇ ਜਿਹੜਾ ਰੱਬ ਦੀਆਂ ਕਥਾ ਕਹਾਣੀਆਂ ਸੁਣਦਾ, ਗੁਰੂ ਦੀਆਂ ਕਥਾ ਕਹਾਣੀਆਂ ਸੁਣਦਾ, ਉਹਦੇ ਬਾਰੇ ਫਿਰ ਬਾਣੀ 'ਚ ਲਿਖਿਆ ਹੈ ਕਿ ਕਹਾਣੀਆਂ ਬਬਾਣੀਆਂ ਕਹਾਣੀਆਂ, ਜਿਹੜੀਆਂ ਬਾਬਿਆਂ ਦੀਆਂ ਕਹਾਣੀਆਂ ਨੇ, ਸਾਡੇ ਜਿਹੜੇ ਵੱਡੇ ਬਜ਼ੁਰਗ ਹੋਏ ਨੇ ਜਿਨ੍ਹਾਂ ਨੇ ਕੁਝ ਕਾਰਨਾਮੇ ਕੀਤੇ ਹੋਏ ਨੇ, ਬਬਾਣੀਆਂ ਕਹਾਣੀਆਂ, ਉਹਨਾਂ ਬਾਬਿਆਂ ਦੀਆਂ ਕਹਾਣੀਆਂ। ਅੱਜ ਦੇ ਬਾਬਿਆਂ ਦੀ ਕਹਾਣੀਆਂ ਨਹੀਂ ਬਣਨਗੀਆਂ, ਕਿਉਂਕਿ ਬਦਮਾਸ਼ ਨੇ, ਹੈ ਬਾਹਰੋਂ ਬਾਬੇ ਨੇ ਅੰਦਰੋਂ ਬਦਮਾਸ਼ ਨੇ। ਕੱਲ ਵੀ ਮੈਂ ਇੱਕ ਪੋਸਟ ਲਿਖ ਕੇ ਪਾਈ ਸੀ ਕਿ ਸੰਪਰਦਾਈ ਲੋਕਾਂ ਨੇ ਗੁਰੂ ਘਰ ਦੀ ਜਿਹੜੀ ਜਾਇਦਾਦ ਹੈ, ਜ਼ਮੀਨਾਂ ਨੇ, ਉਹਨਾਂ ਉੱਤੇ ਕਬਜ਼ੇ ਕੀਤੇ ਹੋਏ ਨੇ ਤੇ ਆਪਣੀਆਂ ਅਜਾਸੀਆਂ ਪਏ ਮਨਾਉਂਦੇ ਨੇ। ਇਹਨਾਂ ਨੇ ਡੇਰਿਆਂ ਦੇ ਬਾਹਰ ਦੁਕਾਨਾਂ ਕਿਰਾਇਆਂ ਤੇ ਦਿੱਤੀਆਂ ਹੋਈਆਂ ਨੇ
ਕਿਰਾਇਆ ਲੈਂਦੇ ਨੇ 5-5 7-7 ਲੱਖ ਦੀ ਪਗੜੀ ਲਈ ਹੋਈ ਇੱਕ ਦੁਕਾਨਦਾਰ ਕੋਲੋਂ। ਤੇ ਆਂਦੇ ਸਿੱਖ ਧਰਮ ਛੱਡ ਗਿਆ। ਸਿੱਖ ਧਰਮ ਇਹਨਾਂ ਕਮੀਣਿਆਂ ਲੋਕਾਂ ਦੀ ਦੇਣ ਹੈ। ਹਜ਼ਾਰਾਂ ਕਿੱਲੇ ਪੰਜਾਬ ਦੇ ਅੰਦਰ ਗੁਰੂ ਨਾਨਕ ਦੇ ਨਾਂ ਤੇ ਗੁਰਦੁਆਰਿਆਂ ਦੇ ਨਾਂ ਤੇ ਜ਼ਮੀਨ ਆ, ਹਜ਼ਾਰਾਂ ਕਿੱਲੇ, 100-200 ਨਹੀਂ ਹੈ। ਪਰ ਮਜਾਲ ਹਾਂ ਕਿਸੇ ਗਰੀਬ ਨੂੰ ਕੋਈ ਇੱਕ ਮਰਲਾ ਵੀ ਦਿੱਤਾ ਜਾਵੇ, ਤੂੰ ਕੋਠਾ ਪਾ ਲਾ ਉਹ ਜ਼ਮੀਨ ਤੇ ਕਥਾ ਸਟੇਜਾਂ ਤੇ ਬਹਿ ਕੇ ਕਰਦੇ ਨੇ। ਇਹ ਗਰੀਬ ਦਾ ਗੁਰੂ ਕੀ ਗੋਲਕ, ਗਰੀਬ ਦਾ ਮੂੰਹ, ਲੋਕਾਂ ਨੂੰ ਕਥਾ ਸੁਣਾਉਂਦੇ ਨੇ ਬੈਠ ਕੇ ਸਟੇਜਾਂ ਉੱਤੇ ਵੀ ਗੁਰੂ ਕੀ ਗੋਲਕ ਕਿਹੜੀ ਆ? ਗਰੀਬ ਦਾ ਮੂੰਹ। ਤੇ 3-3 ਜਿੰਦਰੇ ਇਹਨਾਂ ਨੇ ਗੋਲਕਾਂ ਨੂੰ ਮਾਰੇ ਹੋਏ ਨੇ ਤੇ ਹਜ਼ਾਰਾਂ ਕਿੱਲੇ ਜ਼ਮੀਨਾਂ ਦੇ ਆਪ ਨਾਕ ਪਕੇ ਬੈਠੇ ਹੋਏ ਨੇ ਤੇ ਕਥਾ ਕਾਹਦੀ ਕਰਦੇ ਪਏ ਨੇ। ਹਜ਼ਾਰਾਂ ਪਰਿਵਾਰ ਬੈਠ ਕੇ ਰੋਟੀ ਖਾ ਸਕਦਾ ਜਿੰਨੀ ਜ਼ਮੀਨ ਹੈ ਪੰਜਾਬ ਦੇ ਅੰਦਰ ਗੁਰਦੁਆਰਿਆਂ ਦੀ। ਮਜਾਲ ਆ ਕਿਸੇ ਪਿੰਡ ਦੇ ਵਿੱਚ ਕਿਸੇ ਗਰੀਬ ਨੂੰ ਉਹਦੀ ਕੋਈ ਲੋੜ ਪੂਰੀ ਕਰ ਸਕੇ, ਗੁਰਦੁਆਰੇ ਵਾਲਾ ਬੈਠਾ ਕੋਈ ਬੰਦਾ। ਕਦੀ ਹੋਈ ਕਿਸੇ ਗੁਰਦੁਆਰੇ ਅੰਦਰ ਕਿਸੇ ਗਰੀਬ ਦੀ ਲੋੜ ਪੂਰੀ? ਡੇਰਿਆਂ ਵਾਲੇ ਕਰਦੇ ਨੇ, ਫਿਰ ਉਹਨਾਂ ਡੇਰਿਆਂ ਤੇ ਜਾਣਾ ਕਿ ਉਹਨਾਂ ਨੇ ਤੁਹਾਡੇ ਕੋਲ ਕੀ ਲੈਣ ਆਉਣਾ? ਫਿਰ ਨਹੀਂ। ਮਾਰ ਕਹਿੰਦੇ ਬਬਾਣੀਆਂ ਉਹ ਜਿਹੜੀਆਂ ਬਾਬਿਆਂ ਦੀਆਂ ਗੱਲਾਂ ਨੇ, ਬਬਾਣੀਆਂ ਕਹਾਣੀਆਂ ਉਹਨਾਂ ਦੀਆਂ, ਬਾਬਿਆਂ ਦੀਆਂ ਜਿਹੜੀਆਂ ਕਹਾਣੀਆਂ ਨੇ। ਬਾਬਾ ਦੀਪ ਸਿੰਘ ਦੀ ਜਿਹੜੀ ਕਹਾਣੀ ਹੈ, ਭਾਈ ਮਨੀ ਸਿੰਘ ਦੀ ਕਹਾਣੀ, ਜਿਹੜੀ ਭਾਈ ਤਾਰੂ ਸਿੰਘ ਦੀ ਕਹਾਣੀ ਹੈ, ਬਾਬਾ ਅਤਰ ਸਿੰਘ ਦੀ ਕਹਾਣੀ, ਜਿਹੜੀ ਬਬਾਣੀਆਂ ਕਹਾਣੀਆਂ, ਬਾਬਿਆਂ ਦੀਆਂ ਕਹਾਣੀਆਂ। ਤੁਸੀਂ ਉਹਨਾਂ ਨੂੰ ਪੜ੍ਹੋ ਜੇ, ਉਹਨਾਂ ਨੂੰ ਸੁਣੋ ਜੇ। ਤੇ ਪੜ੍ਹਨ ਸੁਣਨ ਦੇ ਨਾਲ ਫਿਰ ਕੀ ਹੋਣਾ? ਮਾਰ ਕਹਿੰਦੇ ਪੁੱਤ ਸਪੁੱਤ ਕਰੇਣ। ਇੱਕ ਹੁੰਦਾ ਪੁੱਤ, ਇੱਕ ਹੁੰਦਾ ਸਪੁੱਤ ਤੇ ਇੱਕ ਹੁੰਦਾ ਕਪੁੱਤ। ਭੈੜੇ ਬੱਚੇ ਨੂੰ ਲੋਕੀ ਕਪੁੱਤ ਬੋਲਦੇ ਨੇ, ਜਿਹੜਾ ਮਾੜਾ ਮੋੜ ਠੀਕ ਉਹਨੂੰ ਸਪੁੱਤ ਬੋਲਦੇ ਨੇ, ਪੁੱਤ ਬੋਲਦੇ ਨੇ। ਤੇ ਜਿਹੜਾ ਬਹੁਤ ਸਾਊ ਉਹਨੇ ਸਪੂਤ ਬੋਲਿਆ ਜਾਂਦਾ ਹੈ। ਮਾਰ ਕਹਿੰਦੇ ਤੂੰ ਇਹ ਕਥਾ ਕਹਾਣੀਆਂ ਸੁਣ ਤੇ ਪੜ੍ਹ, ਇਹ ਤੈਨੂੰ ਸਪੁੱਤਰ ਬਣਾ ਦੇਣਗੀਆਂ, ਸਪੂਤ ਬਣਾ ਦੇਣਗੀਆਂ। ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਇੱਥੇ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਮੈਨੂੰ ਮੇਰੇ ਗੁਰਮੀਤ ਨੇ, ਗੁਰੂ ਅਮਰਦਾਸ ਜੀ ਨੇ ਮੈਨੂੰ ਇਹ ਕਹਾਣੀਆਂ ਸੁਣਾਈਆਂ, ਇਹ ਰੱਬ ਦੀ ਕਥਾ ਸੁਣਾਈ। ਤੇ ਬਾਣੀ ਜਿਹੜੀ ਹੈ ਨਾ, ਇਹ ਰੱਬ ਦੀ ਕਥਾ ਹੀ ਆ। ਆਦ ਸੱਚ ਜਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਇਹ ਕੀ ਆ? ਇਹ ਰੱਬ ਦੀ ਕਥਾ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਇਹ ਕੀ ਹੈ? ਨਿਰਭਉ ਨਿਰਵੈਰ ਅਕਾਲ ਮੂਰਤ। ਇਹ ਕੀ ਹੈ? ਰੱਬ ਦੀ ਕਥਾ ਹੈ। ਹੋਰ ਕਿਸ ਨੂੰ ਰੱਬ ਦੀ ਕਥਾ ਕਹਿੰਦੇ ਹੋ ਤੁਸੀਂ? ਇਹ ਰੱਬ ਦੀ ਤੇ ਕਥਾ ਹੀ, ਹੋਰ ਕੀ ਹੈ? ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੇ ਮੰਗੇ ਦੇ। ਇਹ ਰੱਬ ਦੀ ਕਥਾ ਹੈ। ਹੋਰ ਕੀ ਹੈ? ਹੋਰ ਕਿਹੜੀ ਰੱਬ ਦੀ ਕਥਾ ਹੁੰਦੀ ਹੈ? ਇਹ ਰੱਬ ਦੀ ਕਥਾ ਹੀ ਹੈ। ਬਾਣੀ ਰੱਬ ਦੀ ਕਥਾ ਹੀ ਹੈ, ਹੋਰ ਕੀ ਹੈ? ਤੇ ਮਾਰ ਕਹਿੰਦੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਮੈਨੂੰ ਗੁਰੂ ਅਮਰਦਾਸ ਨੇ ਮੈਨੂੰ ਰੱਬ ਦੀ ਕਥਾ ਵੀ ਸੁਣਾਈ ਤੇ ਉਹਦੀਆਂ ਕਹਾਣੀਆਂ ਵੀ ਸੁਣਾਈਆਂ। ਕਥਾ ਹੁੰਦਾ ਕਿਸੇ ਨੂੰ ਬਿਆਨ ਕਰਨਾ, ਤੇ ਕਹਾਣੀ ਹੁੰਦਾ ਏ ਕੋਈ ਜੋੜ ਕੇ ਗੱਲ ਕਹਿਣੀ। ਕਹਿ ਰਿਹਾ ਪਰ ਹੈ ਨਹੀਂ ਹੈ, ਕਹਾ ਨਹੀਂ, ਕਹੀ ਆ ਪਰ ਹੈ ਨਹੀਂ ਹੈ। ਪਰ ਮਨ ਸਮਝਾਵਣ ਕਾਰਨੇ ਕਛੂਅਕ ਪੜ੍ਹੀਏ ਗਿਆਨ। ਮਨ ਨੂੰ ਸਮਝਾਉਣ ਵਾਸਤੇ ਕੋਈ ਵੀ ਸਾਖੀ ਘੜੀ ਜਾ ਸਕਦੀ ਹੈ। ਉਹ ਹੈ ਚਾਹੇ ਨਹੀਂ ਹੈ, ਉਹ ਇਤਿਹਾਸ ਹੈ ਜਾਂ ਮਿਥਿਹਾਸ ਹੈ,
ਬਾਣੀ 'ਚ ਬੜੀਆਂ ਮਿੱਥੀਆਂ ਹੋਈਆਂ ਕਹਾਣੀਆਂ ਨੇ, ਹੈ ਨਹੀਂ ਮਿੱਥੀਆਂ ਹੋਈਆਂ ਕਹਾਣੀਆਂ ਨੇ। ਤੇ ਮਹਾਰਾਜ ਕਹਿੰਦੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ। ਮੈਂ ਉਸ ਗੁਰੂ ਤੋਂ ਸਦਕੇ ਜਾਵਾਂ, ਬਲਿਹਾਰ ਜਾਵਾਂ, ਜਿਨੇ ਹਰ ਦੀਆਂ ਕਥਾ ਕਹਾਣੀਆਂ ਸੁਣਾ ਕੇ ਮੈਨੂੰ ਹਰੀ ਨਾਲ ਜੋੜ ਦਿੱਤਾ ਹੈ। ਕਥਾ ਕਹਾਣੀਆਂ ਕੋ ਪੈਸਾ ਕਮਾਉਣ ਦਾ ਤਰੀਕਾ ਨਹੀਂ ਹੈ ਕਿ ਕਥਾ ਕਹਾਣੀਆਂ ਪੜ੍ਹ ਕੇ ਤੇ ਕਥਾ ਕਰਕੇ ਤੁਸੀਂ ਪੈਸਾ ਕਮਾਓ। ਮੈਂ ਤਾਂ ਬੜਾ ਹੈਰਾਨ ਹਾਂ ਕਿ ਇਹਨਾਂ ਲੋਕਾਂ ਦੀ ਜ਼ਮੀਰ ਮਰ ਗਈ ਜਿਹੜੇ 31 ਹਜ਼ਾਰ ਰੁਪਈਆ ਇੱਕ ਘੰਟੇ ਦਾ ਕਥਾ ਦਾ ਲੈਂਦੇ ਨੇ। ਮਰੀਆਂ ਹੋਈਆਂ ਜ਼ਮੀਰਾਂ ਵਾਲੇ ਲੋਕ ਕਥਾ ਪਏ ਕਰਦੇ ਨੇ। ਪਤਾ ਨਹੀਂ ਗੁਰੂ ਨੂੰ ਵੇਚਦਿਆਂ ਹੋਇਆਂ ਵੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਵੀ ਅਸੀਂ ਗੁਰੂ ਵੇਚ ਰਹੇ ਹਾਂ। ਫਿਰ ਵੀ ਸ਼ਰਮ ਨਹੀਂ ਆਉਂਦੀ, ਗੁਰੂ ਵੇਚਦਿਆਂ ਵੀ ਸ਼ਰਮ ਨਹੀਂ ਆਉਂਦੀ। ਕੋਈ ਗਾਜਰਾਂ ਵੇਚਦਾ ਹੈ, ਕੋਈ ਗੋਭੀ ਵੇਚਦਾ ਹੈ, ਕੋਈ ਆਲੂ ਵੇਚਦਾ ਹੈ, ਤੇ ਸਾਡੇ ਗਿਆਨੀ ਕਥਾ ਵੇਚਦੇ ਨੇ। ਕਹਾਣੀ ਤਾਂ ਉੱਥੇ ਹੀ ਹੈ। ਕੋਈ ਖੋਤੀ ਵਾਹੁੰਦਾ, ਕੋਈ ਬੋਤੀ ਵਾਹੁੰਦਾ, ਕੋਈ ਪੋਥੀ ਵਾਹੁੰਦਾ ਹੈ। ਰੋਟੀ, ਸਾਰਾ ਮਸਲਾ ਰੋਟੀ ਦਾ ਹੀ ਹੈ। ਰੋਟੀਆਂ ਕਾਰਨ ਪੂਰੇ ਤਾਲਾਬ ਪਛਾੜੇ ਧਰਤੀ ਨਾਲ, ਕੂੰਗਰ ਬਾਂਧ ਪਏ ਰਾਮਦਾਸਾ, ਰੋਟੀਆਂ ਕਿਉ ਪਾਵਾ। ਸਾਰੇ ਉਪਰਾਲੇ ਰੋਟੀਆਂ ਵਾਸਤੇ ਕੀਤੇ ਜਾ ਰਹੇ ਨੇ। ਕਥਾ ਵੀ ਰੋਟੀਆਂ ਵਾਸਤੇ ਹੋ ਰਹੀ ਹੈ। ਕੀਰਤਨ ਵੀ ਰੋਟੀਆਂ ਵਾਸਤੇ ਕੀਤਾ ਗਿਆ। ਤੇ ਫਿਰ ਰੋਟੀਆਂ ਮਿਲਣੀਆਂ, ਰੱਬ ਕਿੱਥੋਂ ਮਿਲਣਾ ਹੈ? ਨਹੀਂ ਨਹੀਂ, ਬਲਿਹਾਰੀ ਗੁਰ ਆਪਣੇ। ਮੈਂ ਆਪਣੇ ਗੁਰੂ ਤੋਂ ਸਦਕੇ ਜਾਣਾ, ਬਲਿਹਾਰ ਜਾਣਾ, ਜਿਹਨੇ ਕਥਾ ਸੁਣਾਉਂਦਿਆਂ ਸੁਣਾਉਂਦਿਆਂ ਮੈਨੂੰ ਹਰੀ ਨਾਲ ਮੇਲ ਦਿੱਤਾ, ਹਰੀ ਨਾਲ ਜੋੜ ਦਿੱਤਾ। ਬਲਿਹਾਰੀ ਗੁਰ ਆਪਣੇ, ਗੁਰ ਕੋ ਬਲ ਜਾਈਆਂ। ਮੈਂ ਬਲਿਹਾਰ ਗਿਆ, ਸਦਕੇ ਜਾਵਾਂ ਉਸ ਗੁਰੂ ਤੋਂ ਜਿਹਨੇ ਕਥਾ ਸੁਣਾ ਸੁਣਾ ਕੇ ਮੈਨੂੰ ਰੱਬ ਨਾਲ ਜੋੜ ਦਿੱਤਾ ਹੈ। ਤੇ ਅਗਲਾ ਜਿਹੜੀ ਇਸ ਸ਼ਬਦ ਦੀ ਰਾਵ ਦੀ ਤੁਕ ਸੀ ਕਿ ਆਏ ਮਿਲ ਗੁਰ ਸਿੱਖ ਆਏ ਮਿਲਾ। ਜਿਹਨੂੰ ਬਾਣੀ, ਜਿਸ ਦਾ ਬਾਣੀ ਨਾਲ ਪਿਆਰ ਹੋਵੇਗਾ, ਉਹਦਾ ਸੰਗਤ ਨਾਲ ਪਿਆਰ ਹੋਏਗਾ, ਉਹਦਾ ਗੁਰਸਿੱਖਾਂ ਨਾਲ ਪਿਆਰ ਹੋਏਗਾ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਪਾਈਆਂ। ਭਾਈ ਗੁਰਦਾਸ ਨੇ ਤੇ ਬੜੀ ਪਤੇ ਦੀ ਗੱਲ ਲਿਖੀ ਹੋਈ ਹੈ। ਉਹ ਕਹਿੰਦੇ ਨੇ ਗੁਰਸਿੱਖ ਮਿਲਿਆ ਪਾਪ ਪਨਿੱਠਾ। ਕੋਈ ਬਾਣੀ ਨਾਲ ਜੁੜਿਆ ਹੋਇਆ ਗੁਰੂ ਕਾ ਲਾਲ, ਗੁਰੂ ਗੁਰੂ ਜਪਣ ਵਾਲਾ, ਗੁਰੂ ਕੀ ਭੈ ਭਾਵਨੀ ਚ ਰਹਿਣ ਵਾਲਾ, ਗੁਰੂ ਕੀ ਮਰਜ਼ਾਦਾ ਚ ਰਹਿਣ ਵਾਲਾ ਕੋਈ ਗੁਰਸਿੱਖ ਮਿਲ ਗਿਆ ਤੇ ਕਹਿੰਦੇ ਤੇਰੇ ਪਾਪ ਨਸ਼ਟ ਹੋ ਜਾਣਗੇ। ਗੁਰਸਿੱਖ ਮਿਲਿਆ ਪਾਪ ਪਨਿੱਠਾ। ਤੇ ਗੁਰੂ ਰਾਮਦਾਸ ਸੋਢੀ ਪਾਤਸ਼ਾਹ, ਗੁਰੂ ਰਾਮਦਾਸ ਕਹਿੰਦੇ ਨੇ ਕਿ ਆਏ ਮਿਲ ਗੁਰ ਸਿੱਖ ਆਏ ਮੇਲਾ। ਕਿਉਂ? ਤੂੰ ਮੇਰੇ ਗੁਰੂ ਕੇ ਪਿਆਰੇ। ਗੁਰੂ ਸਿੱਖ ਨੂੰ ਮਿਲਦਿਆਂ ਹੋਇਆਂ ਹੀ ਗੁਰੂ ਯਾਦ ਆਉਂਦਾ ਹੈ, ਗੁਰੂ ਚੇਤੇ ਆਉਂਦਾ ਹੈ। ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ, ਅਸੀਂ ਅਰਦਾਸ ਵੀ ਕਰਦੇ ਹਾਂ। ਤੇ ਗੁਰੂ ਰਾਮਦਾਸ ਕਹਿੰਦੇ ਐ ਗੁਰਸੁਖੋ ਆਣ ਕੇ ਮੈਨੂੰ ਮਿਲੋ। ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ ਬ੍ਰਹਮ ਗਿਆਨੀ ਸੰਤ ਮਹਾਤਮਾ ਲੋਕ। ਹੁਣ ਤੇ ਸਿੱਖ ਧੜਿਆਂ 'ਚ ਵੰਡਿਆ ਗਿਆ, ਸਿੱਖ ਜਾਤਾਂ 'ਚ ਵੰਡਿਆ ਗਿਆ, ਸਿੱਖ ਸੰਪਰਦਾਵਾਂ 'ਚ ਵੰਡਿਆ ਗਿਆ। 10ਵੇਂ ਪਾਤਸ਼ਾਹ ਤੱਕ ਕੋਈ ਸੰਪਰਦਾ ਨਹੀਂ ਸੀ, ਕੋਈ ਧੜਾ ਨਹੀਂ ਸੀ, ਕੋਈ ਜਾਤ ਨਹੀਂ ਸੀ। ਸਭ ਗੁਰੂ ਕੇ ਖਵਾਉਂਦੇ ਸਨ, ਗੁਰੂ ਗੁਰੂ ਧਿਆਉਂਦੇ ਸਨ ਤੇ ਸਭ ਗੁਰੂ ਕੇ ਖਵਾਉਂਦੇ ਸਨ। ਹੁਣ ਕੋਈ ਕਾਲੀ ਹੈ, ਕੋਈ ਟਕਸਾਲੀ ਹੈ, ਪਤਾ ਨਹੀਂ ਕਿੱਧਰ ਨੂੰ ਇਹਨਾਂ ਨੇ ਆਪਣੇ ਧੜੇ ਬਣਾ ਕੇ ਤੇ ਸਿੱਖਾਂ ਦੇ ਨਾਲ ਹੀ ਨਫ਼ਰਤ ਪਏ ਕਰਦੇ ਨੇ। ਪੂਜਾ ਦਾ ਧਾਨ ਖਾ ਖਾ ਕੇ ਬੁੱਧੀਆਂ ਭ੍ਰਿਸ਼ਟ ਹੋਈਆਂ ਪਈਆਂ ਨੇ। ਨਹੀਂ ਨਹੀਂ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤੂੰ ਗੁਰੂ ਨਾਲ ਪਿਆਰ ਕਰਦਾ ਹੈ, ਮੈਨੂੰ ਵੀ ਆਣ ਕੇ ਮਿਲ, ਮੇਰਾ ਪਿਆਰ ਵਧੂਗਾ। ਤੇ ਜੇ ਗੁਰੂ ਨਾਲ ਟੁੱਟਿਆ ਹੋਇਆ, ਗੁਰੂ ਨਾਲ ਨਫ਼ਰਤ ਕਰਨ ਵਾਲਾ ਬੰਦਾ ਮਿਲੇਗਾ ਤੇ ਤੁਹਾਡੇ ਅੰਦਰ ਵੀ ਫਿਰ ਮਾਰ ਕਹਿੰਦੇ ਨਫ਼ਰਤ ਪੈਦਾ ਹੋ ਜਾਏਗੀ। ਤੇ ਅਗਲੀ ਤੁਕ ਸੀ ਕਿ ਹਰ ਕੇ ਗੁਣ ਹਰ ਭਾਵੰਦੇ। ਰੱਬ ਨੂੰ ਕੀ ਚੰਗਾ ਲੱਗਦਾ ਹੈ?
ਤੀਰਥ ਤੇ ਜਾਣਾ ਤੂੰ ਰੱਬ ਨੂੰ ਚੰਗਾ ਲੱਗੇਗਾ? ਜਗ ਪੁੰਨ ਇਤਦ ਕਰਨ ਦੇ ਨਾਲ ਤੂੰ ਰੱਬ ਨੂੰ ਚੰਗਾ ਲੱਗੇਗਾ? ਗੁਰੂ ਰਾਮਦਾਸ ਕਹਿੰਦੇ ਨਹੀਂ। ਤੂੰ ਲੰਗਰ ਲਾਉਣ ਨਾਲ ਰੱਬ ਨੂੰ ਚੰਗਾ ਲੱਗੇਗਾ? ਕਹਿੰਦੇ ਨਾ। ਤੇ ਫਿਰ ਰੱਬ ਨੂੰ ਤੂੰ ਪਿਆਰਾ ਕਿਵੇਂ ਹੋਵੇਂਗਾ? ਜਿੱਦਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੂੰਹ ਕੇ ਬੋਲਣ ਬੋਲੀ ਜਿਤ ਸੁਣ ਧਰੇ ਪਿਆਰ। ਬੰਦਿਆ ਤੇਰੇ ਨਾਲ ਰੱਬ ਪਿਆਰ ਕਿੱਦਾਂ ਕਰੂਗਾ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬਸ ਅੰਮ੍ਰਿਤ ਵੇਲੇ ਉਹਦੀਆਂ ਗੱਲਾਂ ਕਰਿਆ ਕਰ ਜੇ ਉਹਨੂੰ ਪਿਆਰਾ ਹੋਣਾ ਹੀ ਤੇ। ਅੰਮ੍ਰਿਤ ਵੇਲੇ ਉਹਦੀ ਵਡਿਆਈ ਕਰਿਆ ਕਰ, ਉਹਦੀ ਸਿਫਤ ਜੁੜਿਆ ਕਰ ਜੇ ਤੂੰ ਉਹਨੂੰ ਪਿਆਰਾ ਲੱਗਣਾ ਤਾਂ। ਹਰ ਕੇ ਗੁਣ ਹਰ ਭਾਵੰਦੇ। ਰੱਬ ਨੂੰ ਤੇ ਰੱਬ ਦੇ ਗੁਣ ਹੀ ਚੰਗੇ ਲੱਗਦੇ ਆ, ਹੋਰ ਕੁਛ ਨਹੀਂ। ਤੀਰਥਾਂ ਦਾ ਰਟਣ ਜਗ ਪੁੰਨ ਕੁਛ ਨਹੀਂ। ਰੱਬ ਨੂੰ ਤੇ ਰੱਬ ਦੇ ਗੁਣ ਹੀ ਚੰਗੇ ਲੱਗਦੇ ਨੇ, ਅਥਵਾ ਜਿਹਦੇ ਕੋ ਰੱਬ ਦੇ ਗੁਣ ਨੇ ਉਹੀ ਰੱਬ ਨੂੰ ਚੰਗਾ ਲੱਗਦਾ ਹੈ। ਹਰ ਕੇ ਗੁਣ ਹਰ ਭਾਵੰਦੇ ਸੇ ਗੁਰੂ ਤੇ ਪਾਏ। ਪਰ ਇਹ ਮਿਲਣੇ ਕਿੱਥੋਂ ਨੇ? ਜਿਹੜੇ ਹਰੀ ਦੇ ਗੁਣ ਨੇ ਮਿਲਣੇ ਕਿੱਥੋਂ ਨੇ? ਗੁਰੂ ਕੋਲੋਂ ਮਿਲਣੇ ਨੇ। ਹਰ ਕੇ ਗੁਣ ਹਰ ਭਾਵੰਦੇ ਸੇ ਗੁਰੂ ਤੇ ਪਾਏ। ਜਿਨ ਗੁਰ ਕਾ ਪਾਣਾ ਮੰਨਿਆ। ਜਿਹੜੇ ਗੁਰੂ ਕੀ ਰਹਿਤ ਬਹਿਤ ਵਿੱਚ ਆ ਜਾਂਦੇ ਨੇ, ਗੁਰੂ ਰਾਮਦਾਸ ਕਹਿੰਦੇ ਨੇ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ। ਮੈਂ ਸਦਕੇ ਜਾਣਾ ਉਹਨਾਂ ਗੁਰਸਿੱਖਾਂ ਤੋਂ ਜਿਹੜੇ ਗੁਰੂ ਕੀ ਰਹਿਣੀ ਬਹਿਣੀ ਕਹਿਣੀ ਦੇ ਵਿੱਚ ਆ ਜਾਂਦੇ ਨੇ। ਅਗਲਾ ਬਚਨ ਸੀ ਗੁਰੂ ਰਾਮਦਾਸ ਜੀ ਦਾ ਕਿ ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਹਉ ਵਾਰੀ। ਕਹਿਣ ਲੱਗੇ ਜਿਹੜਾ ਗੁਰੂ ਕਾਣ ਕੇ ਦਰਸ਼ਨ ਕਰਦੇ ਨੇ ਨਾ, ਗੁਰੂ ਰਾਮਦਾਸ ਕਹਿੰਦੇ ਮੈਂ ਉਹਨਾਂ ਤੋਂ ਵੀ ਸਦਕੇ ਜਾਣਾ ਗੁਰਸਿੱਖਾਂ ਦੇ ਕੋਲੋਂ। ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਹਉ ਵਾਰੀ। ਮੈਂ ਸਦਕੇ ਜਾਣਾ ਉਹਨਾਂ ਗੁਰਸਿੱਖਾਂ ਤੋਂ ਜਿਹੜਾ ਗੁਰੂ ਕਾਣ ਕੇ ਦਰਸ਼ਨ ਕਰਦੇ ਨੇ। ਜਿਨ ਗੁਰ ਕੀ ਕੀਤੀ ਚਾਕਰੀ। ਜਿਨ੍ਹਾਂ ਨੇ ਗੁਰੂ ਕੀ ਚਾਕਰੀ ਕੀਤੀ ਹੈ। ਤਿੰਨ ਸਦ ਬਲਿਹਾਰੀ। ਮੈਂ ਉਹਨਾਂ ਤੋਂ ਸਦਕੇ ਬਲਿਹਾਰ